ਅੱਜ ਅਸੀਂ ਕਰਨ ਜਾ ਰਹੇ ਹਾਂ ਦ ਫਾਈਨਾਈਟ ਪੋਟੈਂਸ਼ੀਅਲ ਬੈਰੀਅਰ। ਇਹ ਤੁਹਾਡੀ ਨੈਕਸਟ ਪ੍ਰੋਬਲਮ ਹੈਗੀ ਆ ਜਿਸ 'ਚ ਜੰਜਰ ਇਕੁਏਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਸੋਲਵ ਕਰ ਰਹੇ ਹਾਂ ਅਸੀਂ ਅਲੱਗ-ਅਲੱਗ ਕੇਸਿਸ ਲੈ ਕੇ। ਤੋ ਇਹਦੇ ਵਿੱਚ ਇਹ ਹੈਗਾ ਹੈ ਕਿ ਜਿਹੜਾ ਪਾਰਟੀਕਲ ਹੈ ਉਹਦਾ ਜਿਹੜਾ ਪੋਟੈਂਸ਼ੀਅਲ ਬੈਰੀਅਰ ਹੈ ਉਹ ਤੁਹਾਨੂੰ ਉਹਦੀ ਜਿਹੜੀ ਹਾਈਟ ਹੈ ਉਹ V0 ਦਿੱਤੀ ਹੋਈ ਹੈ, ਬਟ ਜਿਹੜਾ ਪਾਰਟੀਕਲ ਹੈ ਉਹਦੀ ਐਨਰਜੀ E ਹੈ ਔਰ ਉਹ ਲੈਸ ਦੈਨ V0 ਹੈ। ਮਤਲਬ ਇਹ ਦੇਖੋ ਤੁਹਾਨੂੰ ਇਸ ਤਰੀਕੇ ਨਾਲ ਸ਼ੋ ਕੀਤੀ ਹੋਈ ਹੈ ਕਿ E ਜਿਹੜੀ ਹੈ ਉਹ V0 ਤੋਂ ਲੈਸ ਹੈ। ਤਾਂ ਪਾਰਟੀਕਲ ਦੀ ਐਨਰਜੀ ਬੈਰੀਅਰ ਤੋਂ ਘੱਟ ਹੈ। ਤਾਂ ਬੈਰੀਅਰ ਨੂੰ ਕਿਸ ਤਰੀਕੇ ਨਾਲ ਦੱਸਿਆ ਹੋਇਆ ਉਹਨਾਂ ਨੇ, ਮਤਲਬ ਕਿਉਂਕਿ ਇੱਕ ਫਾਈਨਾਈਟ ਪੋਟੈਂਸ਼ੀਅਲ ਬੈਰੀਅਰ ਹੈ, ਮਤਲਬ ਫਾਈਨਾਈਟ ਪੋਟੈਂਸ਼ੀਅਲ ਹੈ ਔਰ ਬੈਰੀਅਰ ਦੀ ਕੋਈ ਵਿਡਥ ਹੈਗੀ ਹੈ। ਇਟ ਇਜ਼ ਸੇਮ ਲਾਈਕ ਕਿਵੇਂ ਤੁਸੀਂ ਇਨਫਾਈਨਾਈਟ ਪੋਟੈਂਸ਼ੀਅਲ ਬੈਰੀਅਰ ਕੀਤਾ ਸੀਗਾ, ਜਿਵੇਂ ਇੱਕ ਤੁਸੀਂ ਬਾਕਸ ਵਾਲੇ ਜਿਹੜੀ ਐਗਜ਼ਾਮਪਲ ਹੈਗੀ ਆ ਉਹ ਤੁਸੀਂ ਕੀਤੀ ਸੀਗੀ, ਬਸ ਉਹਦੇ ਵਿੱਚ ਇਨਫਾਈਨਾਈਟ ਸੀਗਾ ਪੋਟੈਂਸ਼ੀਅਲ, ਇਹਦੇ ਵਿੱਚ ਜਿਹੜਾ ਹੈ ਫਾਈਨਾਈਟ ਹੈਗਾ ਪੋਟੈਂਸ਼ੀਅਲ। ਤਾਂ ਇਹਦੇ ਵਿੱਚ ਕੀ ਹੈਗਾ ਹੈ ਕਿ Vx ਦੀ ਵੈਲਿਊ 0 ਹੈਗੀ ਹੈ x ਲੈਸ ਦੈਨ 0 ਦੇ ਲਈ, 0 ਤੋਂ ਲੈ ਕੇ A ਤੱਕ, ਮਤਲਬ ਇਹ 0 ਤੋਂ ਲੈ ਕੇ A ਤੱਕ ਜਿਹੜਾ ਸੈਕਿੰਡ ਰੀਜਨ ਹੈ ਸਾਡਾ ਉਹਦੇ ਵਿੱਚ Vx ਦੀ ਵੈਲਿਊ V0 ਹੈ, ਇਹ ਦੇਖੋ। ਅਤੇ ਉਸ ਤੋਂ ਬਾਅਦ ਫਿਰ ਦੁਬਾਰਾ 0 ਹੋ ਜਾਂਦੀ ਹੈ ਵੈਲਿਊ, ਇਹ ਵਾਲੀ ਵੈਲਿਊ। ਤਾਂ ਦਿਸ ਇਜ਼ ਰੀਜਨ 3। ਤਾਂ 1 2 3 ਰੀਜਨਸ ਦੇ ਨਾਲ ਅਸੀਂ ਇਸ ਤਰੀਕੇ ਨਾਲ ਜਿਹੜਾ ਉਹ ਦੱਸਿਆ ਹੋਇਆ। ਤਾਂ ਕਲਾਸੀਕਲ ਵਿਊ ਪੁਆਇੰਟ ਦੇ ਅਕੋਰਡਿੰਗ ਜਿਹੜਾ ਪਾਰਟੀਕਲ ਹੈਗਾ ਏ ਉਹ ਰੀਜਨ 1 ਤੋਂ ਰੀਜਨ 2 ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ E ਜਿਹੜੀ ਆ ਉਹ ਲੈਸ ਦੈਨ V0 ਹੈ। ਅਗਰ ਕੋਈ ਐਨਰਜੀ ਜ਼ਿਆਦਾ ਹੋਏਗੀ ਤਾਂ ਹੀ ਉਹ ਕ੍ਰੋਸ ਕਰ ਪਾਏਗਾ, ਇਹ ਅਕੋਰਡਿੰਗ ਟੂ ਕਲਾਸੀਕਲ ਫਿਜ਼ਿਕਸ ਹੈ। ਔਰ ਅਗਰ ਇੱਥੇ ਨਹੀਂ ਆਏਗਾ ਤਾਂ ਸਟਨਲੀ ਇੱਧਰ ਵੀ ਨਹੀਂ ਆਏਗਾ। ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰਾ ਕੁਛ ਇਹ ਅਸੀਂ ਜੋ ਮੈਂ ਤੁਹਾਨੂੰ ਹੁਣੇ ਐਕਸਪਲੇਨ ਕਰ ਰਹੀ ਹਾਂ ਕਲਾਸੀਕਲ ਵਿਊ ਪੁਆਇੰਟ ਹੈ ਕਿ ਬਸ ਪਾਰਟੀਕਲ ਇੱਧਰ ਨੂੰ ਆਏਗਾ ਔਰ ਇਸ ਪੁਆਇੰਟ ਦੇ ਉੱਪਰ ਆ ਕੇ, ਕਿਉਂਕਿ ਉਹਦੀ ਐਨਰਜੀ V0 ਤੋਂ ਘੱਟ ਹੈਗੀ ਹੈ, ਇਸ ਲਈ ਉਹ ਵਾਪਸ ਜਿਹੜਾ ਉਹ ਚਲੇ ਜਾਏਗਾ। ਤਾਂ ਹੁਣ ਅਸੀਂ ਕੁਆਂਟਮ ਮਕੈਨੀਕਲ ਵਿਊ ਪੁਆਇੰਟ ਕੀ ਕਰਨਾ ਹੈ, ਜਿਹਦੇ ਵਿੱਚ ਜਿਸ ਤਰ੍ਹਾਂ ਅਸੀਂ ਜਿਹੜੀ ਪਿਛਲੀ ਪ੍ਰੋਬਲਮ ਹੈ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਕੀਤਾ ਸੀ ਕਿ V ਦੀ ਵੈਲਿਊ 0 ਫਿਲ ਕਰਤੀ ਰੀਜਨ 1 ਦੇ ਵਿੱਚ, ਇੱਥੇ ਇਹ ਵਾਲਾ V ਦੀ ਵੈਲਿਊ 0 ਹੋ ਗਈ, ਇਸ ਤਰ੍ਹਾਂ ਤੁਹਾਡੀ ਇਹ ਇਕੁਏਸ਼ਨ ਆ ਗਈ। ਤਾਂ ਇਸ ਤਰੀਕੇ ਨਾਲ K ਦੀ ਵੈਲਿਊ ਉਸ ਤੋਂ ਬਾਅਦ ਇਸ ਤਰ੍ਹਾਂ ψ1 ਆ ਗਿਆ। ਸਿਮਿਲਰਲੀ ਤੁਸੀਂ ਰੀਜਨ 2 ਦੇ ਵਿੱਚ ਜਿਹੜਾ ਵਾ ਉਹ ਉਹ ਪਤਾ ਕਰਨਾ, ਉਹ ਤੁਹਾਡਾ ਇਹ ਵਾਲਾ ψ2 ਹੋ ਗਿਆ। ਰੀਜਨ 3 ਦੇ ਵਿੱਚ ਵੀ ਤੁਸੀਂ ਉੱਦਾਂ ਹੀ ਪਤਾ ਕਰਨਾ। ਰੀਜਨ 3 ਜਿਹੜਾ ਉਹ ਆਲਮੋਸਟ ਸਿਮਿਲਰ ਹੋਏਗਾ ਰੀਜਨ 1 ਦਾ, ਬਸ ਉਹਦੇ ਵਿੱਚ ਜਿਹੜਾ ਹੈ ਉਹ ਇੱਥੇ ਅਸੀਂ ਕੋਫੀਸ਼ੀਐਂਟਸ ਜਿਹੜੇ ਨੇ ਉਹ ਤੁਹਾਡੇ ਚੇਂਜ ਕੀਤੇ ਨੇ। ਪਹਿਲੇ ਵਿੱਚ ਅਸੀਂ AB ਲੈ ਲਿਆ, ਦੂਜੇ CD ਅਤੇ ਤੀਜੇ ਵਿੱਚ ਅਸੀਂ F ਔਰ G ਜਿਹੜਾ ਹੈ ਉਹ ਅਸੀਂ ਲਏ ਹੋਏ ਨੇ। E ਅਸੀਂ ਤਾਂ ਨਹੀਂ ਅਸਾਈਨ ਕੀਤਾ ਕਿਉਂਕਿ E ਜਿਹੜਾ ਉਹ ਐਨਰਜੀ ਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਅਸੀਂ ਬਾਊਂਡਰੀ ਕੰਡੀਸ਼ਨਸ ਲਗਾਈਆਂ ਨੇ, 2 ਬਾਊਂਡਰੀ ਕੰਡੀਸ਼ਨਸ ਨੇ, ਜਿਹਦੇ ਵਿੱਚ ਇਹ ਨੇ ਕਿ ਵੇਵ ਫੰਕਸ਼ਨ ਜਿਹੜਾ ਉਹ ਕੰਟੀਨਿਊਸ ਹੋਣਾ ਚਾਹੀਦਾ ਬਾਊਂਡਰੀਜ਼ ਦੇ ਉੱਪਰ, x ਇਜ਼ ਇਕੁਅਲ ਟੂ 0 ਔਰ x ਇਜ਼ ਇਕੁਅਲ ਟੂ A ਦੇ ਉੱਪਰ। ਤਾਂ ਇੱਥੇ ਜਿਹੜਾ ψ1 0 ਜਿਹੜਾ ਹੈ ਉਹ ψ2 0 ਦੇ ਇਕੁਅਲ ਹੋਣਾ ਚਾਹੀਦਾ। ਤਾਂ ਇੱਥੋਂ ਸਾਡੇ ਕੋਲ ਜਿਹੜੀਆਂ ਨੇ ਉਹ ਸਾਡੇ ਕੋਲ A B C D ਵਗੈਰਾ ਜਿਹੜੇ ਉਹਨਾਂ ਦੇ ਇੰਟਰ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਸਾਡੇ ਕੋਲ ਇਸ ਤਰੀਕੇ ਨਾਲ ਨਿਕਲਦੇ ਨੇ। ਤਾਂ AB ਤੋਂ A ਪਲੱਸ B A ਮਾਈਨਸ B ਕਰਕੇ ਫਿਰ C ਪਲੱਸ C ਦੀਆਂ C ਔਰ D ਦੀਆਂ ਵੈਲਿਊਜ਼ 2 ਆ ਜਾਂਦੀਆਂ ਨੇ। ਇਹ ਸਾਰਾ ਜੋ ਵੀ ਹੈ ਸਾਰਾ ਮੈਥਮੈਟੀਕਲ ਪਾਰਟ ਹੈ। ਅਰਲੀਅਰ ਜਿਹੜੇ ਆਰਟੀਕਲਸ ਨੇ ਉਹਨਾਂ ਵਿੱਚ ਤੁਸੀਂ ਕਾਫੀ ਅੱਛੇ ਤਰੀਕੇ ਨਾਲ ਸਮਝਿਆ ਹੋਇਆ ਹੈ। ਤਾਂ ਇਹ ਜਿਹੜੇ ਆਰਟੀਕਲ ਹੈ ਇਹਦੇ ਵਿੱਚ ਮਤਲਬ ਮੈਥਮੈਟੀਕਲ ਪਾਰਟ ਜਿਹੜਾ ਹੈ ਉਹ ਤੁਸੀਂ ਖੁਦ ਹੀ ਕਰਨਾ। ਹੁਣ ਮੈਂ ਆਉਂਦੀ ਹਾਂ ਇਹਦੇ ਫਿਜ਼ਿਕਸ ਜਿਹੜਾ ਪੁਆਇੰਟ ਜਿਹੜਾ ਹੈਗਾ ਵਿਊ ਪੁਆਇੰਟ ਉਹਦੇ 'ਤੇ ਆਉਂਦੀ ਹਾਂ। ਤਾਂ ਬਾਊਂਡਰੀ ਕੰਡੀਸ਼ਨਸ ਜਿਹੜੀਆਂ ਉਹ ਅਸੀਂ ਲਗਾ ਕੇ ਸਾਡੇ ਕੋਲ ਇੰਸੀਡੈਂਟ ਜਿਹੜਾ ਉਹ ਸਾਡੇ ਕੋਲ ਆ ਗਿਆ, ਇੱਕ ਸਾਡੇ ਕੋਲ ਰਿਫਲੈਕਟਿਡ ਪਾਰਟ ਆਇਆ ਅਤੇ ਇੱਕ ਸਾਡੇ ਕੋਲ ਟਰਾਂਸਮਿਟਡ ਵੇਵ ਫੰਕਸ਼ਨ ਆਇਆ। ਠੀਕ ਹੈ, ਤਾਂ ਇਸ ਤਰੀਕੇ ਨਾਲ ਸਾਡੇ ਕੋਲ 3 ਜਿਹੜੇ ਵੇਵ ਫੰਕਸ਼ਨ ਨੇ ਉਹ ਤੁਹਾਡੇ ਕੋਲ ਬਣ ਗਏ ਨੇ ਇਹਦੇ ਵਿੱਚ ਕਿ ਜਿਹੜਾ ਪਾਰਟੀਕਲ ਹੈ ਉਹ ਆਏਗਾ, ਰਿਫਲੈਕਟ ਕਿਸ ਤਰ੍ਹਾਂ ਹੋਏਗਾ ਔਰ ਟਰਾਂਸਮਿਟ ਕਿਸ ਤਰ੍ਹਾਂ ਹੋਏਗਾ। ਇਸ ਤਰੀਕੇ ਨਾਲ ਸਾਡੇ ਕੋਲ ਇਹ ਵਾਲੇ ਜਿਹੜੇ ਨੇ ਉਹ ਆ ਗਏ ਨੇ। ਤਾਂ ਹੁਣ ਜਿਵੇਂ ਅਸੀਂ ਪਿਛਲੇ ਵਾਰੀ ਰਿਫਲੈਕਸ਼ਨ ਕੋਫੀਸ਼ੀਐਂਟ ਔਰ ਟਰਾਂਸਮਿਸ਼ਨ ਕੋਫੀਸ਼ੀਐਂਟ ਨੇ ਕੀਤਾ ਸੀ, ਇਹਦੇ ਵਿੱਚ ਵੀ ਅਸੀਂ ਸੇਮ ਉਹੀ ਯੂਜ਼ ਕਰਾਂਗੇ, ਰਿਫਲੈਕਸ਼ਨ ਕੋਫੀਸ਼ੀਐਂਟ ਨਿਕਾਲਾਂਗੇ, ਜਿਹਦੇ ਵਿੱਚ ਅਸੀਂ ਰਿਫਲੈਕਟਿਡ ਪ੍ਰੋਬੇਬਿਲਿਟੀ ਡੈਂਸਿਟੀ ਕਰੰਟ ਅਤੇ ਇੰਸੀਡੈਂਟ ਪ੍ਰੋਬੇਬਿਲਿਟੀ ਡੈਂਸਿਟੀ ਕਰੰਟ ਜਿਹੜਾ ਉਹਨਾਂ ਦੋਵਾਂ ਦੀ ਰੇਸ਼ੋ ਲਵਾਂਗੇ ਤਾਂ ਸਾਡੇ ਕੋਲ ਰਿਫਲੈਕਟਿਡ ਜਿਹੜਾ ਵਾ ਉਹ ਆ ਜਾਏਗਾ ਪਾਰਟ। ਤਾਂ ਸਿਮਿਲਰਲੀ ਇੱਥੇ SRE ਔਰ SRE ਇੱਥੇ ਨਿਕਾਲਿਆ ਹੋਇਆ, SIN ਇੰਸੀਡੈਂਟ ਵਾਲਾ ਜਿਹੜਾ S ਹੈਗਾ ਉਹ ਵੀ ਨਿਕਾਲਿਆ, ਦੋਵਾਂ ਨੂੰ ਅਸੀਂ ਡਿਵਾਈਡ ਕੀਤਾ। ਤਾਂ ਦੋਵਾਂ ਨੂੰ ਡਿਵਾਈਡ ਕਰਨ ਤੋਂ ਬਾਅਦ ਤੁਹਾਡੇ ਕੋਲ ਕੁਛ ਰਿਫਲੈਕਸ਼ਨ ਕੋਫੀਸ਼ੀਐਂਟ ਜਿਹੜਾ ਹੈ ਉਹ ਆਉਂਦਾ ਤੁਹਾਡੇ ਕੋਲ। ਤਾਂ ਹੁਣ ਤੁਸੀਂ ਦੇਖੋ ਕਿ ਇੱਥੇ ਜਿਹੜਾ ਹੈਗਾ ਕੁਆਂਟਮ ਮਕੈਨੀਕਲ ਵਿਊ ਪੁਆਇੰਟ, ਕਲਾਸੀਕਲੀ ਜਿਹੜਾ ਪਾਰਟੀਕਲ ਹੈ ਉਹ ਰੀਜਨ 1 ਤੋਂ 2 ਦੇ ਵਿੱਚ
ਹਮੇਸ਼ਾ ਰਿਫਲੈਕਟ ਹੀ ਹੋਏਗਾ, ਟਰਾਂਸਮਿਟ ਨਹੀਂ ਹੋਏਗਾ। ਅਸੀਂ ਇਹ ਹੁਣੇ ਦੱਸਿਆ ਤੁਹਾਨੂੰ, ਕਿਉਂਕਿ ਕਲਾਸੀਕਲ ਵਿਊ ਪੁਆਇੰਟ ਹੈ। ਬਟ ਇੱਥੇ ਆ ਰਿਹਾ ਹੈ ਕਿ ਰਿਫਲੈਕਸ਼ਨ ਦੀ ਕੁਛ ਪ੍ਰੋਬੇਬਿਲਿਟੀ ਹੈਗੀ ਹੈ। ਜੋ ਰਿਫਲੈਕਸ਼ਨ ਕੋਫੀਸ਼ੀਐਂਟ ਹੈ ਦੈਟ ਇਜ਼ ਨੋਟ ਇਕੁਅਲ ਟੂ 1। ਅਗਰ ਇਹ 1 ਨਹੀਂ ਹੈਗਾ ਤਾਂ ਇਹਦਾ ਮਤਲਬ ਇਹ ਹੈ ਕਿ ਹਮੇਸ਼ਾ ਰਿਫਲੈਕਟ ਨਹੀਂ ਹੋਏਗਾ, ਠੀਕ ਹੈ ਨਾ। ਤਾਂ ਇਹਦਾ ਮਤਲਬ ਇਹ ਹੈ ਕਿ ਰਿਫਲੈਕਸ਼ਨ ਦੀ ਵੀ ਪ੍ਰੋਬੇਬਿਲਿਟੀ ਹੈ, ਤਾਂ ਕੁਛ ਹੋਰ ਪ੍ਰੋਬੇਬਿਲਿਟੀ ਵੀ ਹੈਗੀ ਆ। ਉਹ ਕੀ ਦੂਜੀ ਪ੍ਰੋਬੇਬਿਲਿਟੀ, ਉਹ ਅਸੀਂ ਦੇਖਦੇ ਹਾਂ ਟਰਾਂਸਮਿਸ਼ਨ ਕੋਫੀਸ਼ੀਐਂਟ ਤੋਂ। ਤਾਂ ਟਰਾਂਸਮਿਸ਼ਨ ਕੋਫੀਸ਼ੀਐਂਟ ਸਿਮਿਲਰਲੀ ਜਿਹੜੀ ਪ੍ਰੋਬੇਬਿਲਿਟੀ ਡੈਂਸਿਟੀ ਕਰੰਟ ਜਿਹੜਾ ਹੈ ਉਹਦੇ STR/S ਇੰਸੀਡੈਂਟ ਜਿਹੜਾ ਟਰਾਂਸਮਿਟਡ ਅਪੋਨ ਇੰਸੀਡੈਂਟ ਜਿਹੜਾ, ਉਹ ਦੋਨਾਂ ਨੂੰ ਅਸੀਂ ਇਸ ਤਰ੍ਹਾਂ ਰੇਸ਼ੋ ਅਸੀਂ ਲੈ ਲੈਣੀ ਆ। ਤਾਂ ਰੇਸ਼ੋ ਨਿਕਾਲ ਕੇ ਤੁਸੀਂ ਦੇਖਦੇ ਹੋ ਕਿ ਜਿਹੜਾ ਤੁਹਾਡੇ ਕੋਲ ਟਰਾਂਸਮਿਟਡ ਕੋਫੀਸ਼ੀਐਂਟ ਹੈ ਇਨ ਦ ਫਾਰਮ ਆਫ ਐਨਰਜੀਜ਼ ਔਰ ਪੋਟੈਂਸ਼ੀਅਲ ਜਿਹੜਾ ਉਹ ਤੁਹਾਡੇ ਕੋਲ ਇਹ ਵਾਲਾ ਜਿਹੜਾ ਉਹ ਆਉਂਦਾ। ਤਾਂ ਜਿਹੜਾ ਕਲਾਸੀਕਲ ਵਿਊ ਪੁਆਇੰਟ ਸੀਗਾ ਉਹ ਤੁਹਾਡਾ ਵਿਊ ਪੁਆਇੰਟ ਇਹ ਸੀਗਾ ਕਿ ਜਿਹੜਾ ਪਾਰਟੀਕਲ ਹੈਗਾ ਏ ਉਹ ਟਰਾਂਸਮਿਟ ਨਹੀਂ ਹੋ ਸਕਦਾ, ਠੀਕ ਹੈ। ਫਸਟ ਪਾਰਟੀਕਲ ਤੋਂ ਫਸਟ ਜਿਹੜਾ ਰੀਜਨ ਹੈ ਉਹ ਤੋਂ ਦੂਜੇ ਰੀਜਨ ਦੇ ਵਿੱਚ ਜਿਹੜਾ ਵਾ ਉਹ ਨਹੀਂ ਜਾਏਗਾ। ਤਾਂ ਇਹ ਜਿਹੜੀ ਚੀਜ਼ ਸੀਗੀ, ਇਹ ਜਿਹੜੀ ਕੁਆਂਟਮ ਮਕੈਨਿਕਸ ਹੈ ਉਹਨੇ ਬਿਲਕੁਲ ਹੀ ਉਲਟੇ ਜਿਹੜੀ ਹੈ ਕਹਿ ਲਓ ਪ੍ਰੂਵ ਕਰ ਦਿੱਤੀ ਹੈ, ਕਿਉਂਕਿ ਜਿਹੜਾ T ਹੈ ਉਹ ਡੈਫੀਨੇਟਲੀ ਨੋਟ ਜ਼ੀਰੋ ਹੈ। ਇਹਦੀ ਵੈਲਿਊ ਜ਼ੀਰੋ ਨਹੀਂ ਹੈ, ਇਹਦੀ ਕੋਈ ਨਾ ਕੋਈ ਫਾਈਨਾਈਟ ਵੈਲਿਊ ਹੈਗੀ ਹੈ। ਕਿਉਂਕਿ ਦੇਖੋ V0 ਦੀ ਫਾਈਨਾਈਟ ਵੈਲਿਊ ਹੈ, ਕਿਉਂਕਿ ਫਾਈਨਾਈਟ ਪੋਟੈਂਸ਼ੀਅਲ ਹੈ। ਤਾਂ V0 - E ਵੀ ਇਹ ਤੋਂ ਘੱਟ ਹੈ, ਤਾਂ ਇਹਦੀ ਵੀ ਕੋਈ ਨਾ ਕੋਈ ਵੈਲਿਊ ਹੈ। ਸਿਮਿਲਰਲੀ ਹਾਈਪਰਬੋਲਿਕ ਸਾਈਨ ਦੀ ਇਹ ਸਭ ਚੀਜ਼ਾਂ ਦੀ ਜਿਹੜੀ ਨਾ ਕੋਈ ਫਾਈਨਾਈਟ ਵੈਲਿਊ ਹੈਗੀ ਹੈ। ਤਾਂ ਉਹਦਾ ਮਤਲਬ ਇਹ ਹੈ ਕਿ there is a certain probability of the particle penetrating the barrier and appearing in the region 3। ਤਾਂ ਕੁਛ ਨਾ ਕੁਛ ਇਹ ਪ੍ਰੋਬੇਬਿਲਿਟੀ ਹੈਗੀ ਹੈ ਕਿ ਜਿਹੜਾ ਪਾਰਟੀਕਲ ਹੈ ਉਹ ਫਸਟ ਰੀਜਨ ਤੋਂ ਜਿਹੜਾ ਉਹ ਸੈਕਿੰਡ ਰੀਜਨ ਦੇ ਵਿੱਚ ਜਾਏ ਅਤੇ ਸੈਕਿੰਡ ਤੋਂ ਥਰਡ ਦੇ ਇੱਧਰ ਜਿਹੜਾ ਵਾ ਉਹ ਅਪੀਅਰ ਹੋਏ, ਭਾਵੇਂ ਕਿ ਉਹਦੀ ਐਨਰਜੀ E ਜਿਹੜੀ ਹੈ ਉਹ V0 ਤੋਂ ਲੈਸ ਹੈਗੀ ਹੈ। ਤਾਂ ਇਹ ਜਿਹੜੀ ਚੀਜ਼ ਹੈ ਇਹ ਟੋਟਲੀ ਜਿਹੜੀ ਹੈ ਕੰਟਰਾਡਿਕਟ ਕਰ ਰਹੀ ਹੈ ਕਲਾਸੀਕਲ ਫਿਜ਼ਿਕਸ ਨੂੰ। ਤਾਂ ਦਿਸ ਵਾਜ਼ ਦ ਪ੍ਰੋਬਲਮ ਜਿਹੜੀ ਇਹਦੇ ਮਤਲਬ ਇਹ ਹੈਗੀ ਇਹਦੇ ਬੈਕ ਦੀ ਫਿਜ਼ਿਕਸ, ਕਿ ਕਲਾਸੀਕਲ ਵਿਊ ਪੁਆਇੰਟ ਸਾਡਾ ਅਲੱਗ ਸੀਗਾ, ਬਟ ਜਿਵੇਂ ਅਸੀਂ ਕੁਆਂਟਮ ਥਿਊਰੀ ਲਗਾਉਣ ਲੱਗਦੇ ਹਾਂ, ਜਿਵੇਂ ਅਸੀਂ ਪਾਰਟੀਕਲ ਨੂੰ ਐਜ਼ ਅ ਵੇਵ ਕੰਸੀਡਰ ਕਰਨ ਲੱਗਦੇ ਹਾਂ, ਉਸ ਟਾਈਮ 'ਤੇ ਸਾਡੇ ਕੋਲ ਇਹ ਵਾਲੀ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਅਪੀਅਰ ਹੁੰਦੀਆਂ ਨੇ। ਤਾਂ ਨੈਕਸਟ ਇੱਕ ਛੋਟਾ ਜਿਹਾ ਆਰਟੀਕਲ ਹੈ ਵਿਚ ਇਜ਼ ਯੋਰ ਟਨਲ ਇਫੈਕਟ। ਤਾਂ ਟਨਲ ਇਫੈਕਟ ਇਹੀ ਹੈ, ਟਨਲ ਇਫੈਕਟ ਸੇਮ ਜਿਹੜਾ ਇਹੀ ਵਾਲੇ ਆਰਟੀਕਲ ਨੂੰ ਹੀ ਉਹਨੂੰ ਥੋੜ੍ਹਾ ਜਿਹਾ ਅੱਗੇ ਐਕਸਪੈਂਡ ਕੀਤਾ ਹੋਇਆ ਵਾ ਕਿ ਕੁਆਂਟਮ ਕਲਾਸੀਕਲ ਫਿਜ਼ਿਕਸ ਦੇ ਥਰੂ ਜਿਹੜੀ ਚੀਜ਼ ਬਿਲਕੁਲ ਇਨਐਸੈਸੀਬਲ ਹੈ, ਜਿਹੜੀ ਕੁਆਂਟਮ ਹੈਗੀ ਹੈ, ਕੁਆਂਟਮ ਫਿਜ਼ਿਕਸ ਉਹਦੇ ਥਰੂ ਇਹ ਜਿਹੜੀ ਚੀਜ਼ ਹੈ ਥੋੜ੍ਹੀ ਬਹੁਤ ਜਿਹੜੀ ਹੈ ਉਹ ਅਸੈਸੀਬਲ ਹੈਗੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹ ਵਾਲਾ ਜਿਹੜਾ ਫਿਨੋਮੀਨਾ ਜਿਹੜਾ ਤੁਸੀਂ ਹੁਣੇ ਪੜ੍ਹਿਆ ਹੈ ਕਿ ਬੈਰੀਅਰ ਪੈਨੀਟ੍ਰੇਸ਼ਨ ਦਾ, ਇਹ ਬੈਰੀਅਰ ਹੈ ਬਟ ਇਹਦੇ ਵਿੱਚ ਪੈਨੀਟ੍ਰੇਟ ਹੋ ਰਿਹਾ ਹੈ ਔਰ ਪਾਰਟੀਕਲ ਜਿਹੜਾ ਉਹ ਇਸ ਇੱਧਰ ਸਾਈਡ 'ਤੇ ਅਪੀਅਰ ਹੋ ਰਿਹਾ ਹੈ। ਇਹ ਵਾਲਾ ਜਿਹੜਾ ਫਿਨੋਮੀਨਾ ਹੈ ਬੈਰੀਅਰ ਪੈਨੀਟ੍ਰੇਸ਼ਨ ਦਾ, ਇਹਨੂੰ ਅਸੀਂ ਬੋਲਦੇ ਹਾਂ ਕੁਆਂਟਮ ਮਕੈਨੀਕਲ ਟਨਲਿੰਗ, ਠੀਕ ਹੈ। ਤਾਂ ਇਸ ਤਰੀਕੇ ਨਾਲ ਮਤਲਬ ਕਾਫੀ ਜਿਹੜੇ ਹੈਗੇ ਆ ਕੁਛ ਫਿਨੋਮੀਨਾ ਹੈਗੇ ਨੇ ਫਿਜ਼ਿਕਸ ਦੇ ਵਿੱਚ, ਜਿਵੇਂ ਕਿ ਇਮਿਸ਼ਨ ਆਫ ਅਲਫਾ ਪਾਰਟੀਕਲ ਫਰੋਮ ਦ ਹੈਵੀ ਨਿਊਕਲੀਆਈ, ਹੈ ਨਾ। ਤਾਂ ਇਹਨੂੰ ਵੀ ਅਸੀਂ ਟਰੀਟ ਕਰ ਸਕਦੇ ਹਾਂ ਐਜ਼ ਅ ਟਨਲਿੰਗ ਪ੍ਰੋਸੈਸ ਥਰੂ ਦ ਨਿਊਕਲੀਅਰ ਬੈਰੀਅਰ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਕਾਫੀ ਸਾਰੀਆਂ ਹੋਰ ਵੀ ਐਗਜ਼ਾਮਪਲਸ ਹੈਗੀਆਂ ਨੇ ਸੋਲਿਡ ਸਟੇਟ ਫਿਜ਼ਿਕਸ ਦੇ ਵਿੱਚ, ਜਿਹਦੇ ਵਿੱਚ ਟਨਲਿੰਗ ਇਫੈਕਟ ਜਿਹੜਾ ਵਾ ਉਹਨੂੰ ਮਤਲਬ ਜਿਹੜਾ ਸਾਨੂੰ ਦੇਖਣ 'ਚ ਮਿਲਦਾ ਹੈ, ਬਟ ਕਲਾਸੀਕਲ ਫਿਜ਼ਿਕਸ ਦੇ ਅਕੋਰਡਿੰਗ ਜਿਹੜਾ ਹੈ ਉਹ ਟਨਲ ਇਫੈਕਟ ਜਿਹੜਾ ਉਹ ਨਹੀਂ ਹੋ ਸਕਦਾ। ਬਟ ਹੁਣੇ ਤੁਸੀਂ ਦੇਖਿਆ ਕਿ ਬੈਰੀਅਰ ਦਾ ਪੋਟੈਂਸ਼ੀਅਲ ਜ਼ਿਆਦਾ ਹੋਣਾ, ਐਨਰਜੀ ਚਾਹੇ ਪਾਰਟੀਕਲ ਦੀ ਘੱਟ ਹੈ ਬਟ ਸਟਿਲ ਇਟ ਪੈਨੀਟ੍ਰੇਟਸ ਥਰੂ। ਤਾਂ ਇਹ ਜਿਹੜੀ ਚੀਜ਼ ਹੈ, ਜਿਹੜੀ ਪ੍ਰੋਸੈਸ ਹੈ, ਇਹਨੂੰ ਅਸੀਂ ਬੋਲਦੇ ਹਾਂ ਕੁਆਂਟਮ ਮਕੈਨੀਕਲ ਟਨਲਿੰਗ। ਤਾਂ ਦਿਸ ਇਜ਼ ਅ ਵੈਰੀ ਇੰਪੋਰਟੈਂਟ ਆਰਟੀਕਲ ਜੋ ਲਾਸਟ ਹੈਗਾ ਸਾਰਾ। ਤਾਂ ਇਹਦੇ ਵਿੱਚ ਇੱਕ ਇਹ ਪ੍ਰੋਬਲਮ ਹੈਗੀ ਆ ਕਾਫੀ ਬੱਚਿਆਂ ਦੀ ਕਿਸੇ ਵੇਲੇ ਆ ਜਾਂਦੀ ਹੈ ਕਿ ਫਾਈਨਾਈਟ ਪੋਟੈਂਸ਼ੀਅਲ ਦਿੱਤਾ ਹੁੰਦਾ, ਤੁਸੀਂ ਇਨਫਾਈਨਾਈਟ ਪੋਟੈਂਸ਼ੀਅਲ ਵਾਲਾ ਜਿਹੜਾ ਵਾ ਉਹ ਤੁਸੀਂ ਪੂਰਾ ਜਿਹੜਾ ਸੋਲਵ ਕਰ ਆਉਂਦੇ ਹੋ। ਬਟ ਇਹ ਜਿਹੜੀ ਚੀਜ਼ਾਂ ਨੇ ਇਹ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਕਿ ਤੁਹਾਡੀ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਐਕਚੁਅਲੀ ਤੁਹਾਨੂੰ ਕੀ ਮੈਂਸ਼ਨ ਕੀਤਾ ਗਿਆ ਕਿ ਉਹ ਫਾਈਨਾਈਟ ਪੋਟੈਂਸ਼ੀਅਲ ਬੈਰੀਅਰ ਆ, ਸਟੈਪ ਪੋਟੈਂਸ਼ੀਅਲ ਹੈ ਜਿਹਦੇ ਵਿੱਚ ਐਨਰਜੀ ਗ੍ਰੇਟਰ ਹੈ ਜਾਂ ਐਨਰਜੀ ਲੈਸ ਹੈ, ਜਾਂ ਫਿਰ ਇਨਫਾਈਨਾਈਟ ਪੋਟੈਂਸ਼ੀਅਲ ਹੈ, ਜਾਂ ਫਿਰ ਵੈਲ ਹੈ, ਪੋਟੈਂਸ਼ੀਅਲ ਵੈਲ ਹੈ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਬੜੇ ਹੀ ਧਿਆਨ ਨਾਲ ਦੇਖ ਕੇ ਫਿਰ ਜਿਹੜਾ ਆਰਟੀਕਲ ਹੈ ਉਹਨੂੰ ਤੁਸੀਂ ਸੋਲਵ ਕਰਨਾ ਇਹਦੇ ਵਿੱਚ। ਇਸ ਤੋਂ ਬਾਅਦ ਇੱਕ ਨੈਕਸਟ ਹੈਗਾ ਤੁਹਾਡਾ ਰਿਕਟੈਂਗੂਲਰ ਪੋਟੈਂਸ਼ੀਅਲ ਵੈਲ। ਇਟ ਇਜ਼ ਐਗਜ਼ੈਕਟਲੀ ਸੇਮ, ਬਸ ਇਹਦੇ ਵਿੱਚ ਇਹ ਆ ਕਿ ਇੱਥੇ ਤੁਹਾਡੇ ਕੋਲ ਉੱਪਰ ਸੀਗਾ ਬੈਰੀਅਰ, ਇੱਥੇ ਤੁਹਾਡੇ ਕੋਲ ਨੀਚੇ ਹੈਗਾ ਵੈਲ, ਠੀਕ
ਠੀਕ ਹੈ। ਤਾਂ ਸਿਰਫ ਜਿਹੜੀ ਹੈ ਇਹਦੇ ਵਿੱਚ ਸਿਰਫ ਇੰਨੀ ਹੀ ਜਿਹੜੀ ਹੈ ਉਹ ਚੇਂਜ ਹੈਗੀ ਹੈ, ਜਿਹਦੇ ਵਿੱਚ ਜਿਹੜਾ ਈ ਹੈ ਉਹਨੂੰ ਅਸੀਂ ਨੈਗੇਟਿਵ ਆਫ ਈ ਜਿਹੜਾ ਲਿਆ ਜਾਂ ਨੈਗੇਟਿਵ ਆਫ ਵਰਕ ਡਨ ਜਿਹੜਾ ਉਹ ਅਸੀਂ ਕੰਸੀਡਰ ਕੀਤਾ ਹੋਇਆ। ਤੋ ਇਹ ਜਿਹੜਾ ਚੀਜ਼ ਆ ਇਹ ਤੁਸੀਂ ਖੁਦ ਕਰਨਾ ਹੈ ਵਾਲਾ ਆਰਟੀਕਲ ਰੈਕਟੈਂਗੂਲਰ ਪੋਟੈਂਸ਼ੀਅਲ ਵੈਲ। ਤਾਂ ਇਹ ਵਾਲਾ ਆਰਟੀਕਲ ਕਰਕੇ ਮੈਨੂੰ ਦੱਸਣਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕਦੀ ਵੀ।